ਗੁਰੂ ਖਾਲਸਾ ਜੀਓ, ਗੁਰੂ ਇਤਿਹਾਸ ਪੜ੍ਹਨ ਲਈ ਨਹੀਂ ਸਗੋਂ ਮਹਿਸੂਸ ਤੇ ਅਨੁਭਵ ਕਰਨ ਲਈ ਹੈ। ਕਿਉਂ ਜੋ ਗੁਰੂ ਘਰ ਦੀਆਂ ਸਾਰੀਆਂ ਕੁਰਬਾਨੀਆਂ ਸੋਹਣੇ ਸਮਾਜ ਦੀ ਸਿਰਜਣਾ ਲਈ ਸਨ, ਕਿਸੇ ਸਵਾਰਥ ਲਈ ਨਹੀਂ। ਪੰਜਾਬ ਜ਼ਿੰਦਾ ਗੁਰਾਂ ਦੇ ਨਾਂ ਤੇ ਇੱਥੋਂ ਦਾ ਜੰਮਿਆ ਜੇ ਗੁਰੂ ਘਰ ਸਾਹਿਬਜ਼ਾਦਿਆਂ ਅਤੇ ਸ਼ਹੀਦਾਂ ਸਿੰਘਾਂ ਦੀਆਂ ਸੋਹਣੇ ਸਮਾਜ ਦੀ ਸਿਰਜਣਾ ਹਿੱਤ ਕੀਤੀਆਂ ਕੁਰਬਾਨੀਆਂ ਨੂੰ ਅਨੁਭਵ ਜਾਂ ਮਹਿਸੂਸ ਨਹੀਂ ਕਰਦਾ ਤਾਂ ਸ਼ਾਇਦ ਉਸ ਦਾ ਜੀਣਾ ਬਿਅਰਥ ਹੈ। ਆਓ ਇਸ ਡਾਕੂਮੈਂਟਰੀ ਨੂੰ ਵੇਖ ਕੇ ਸੁਣ ਕੇ ਮਹਿਸੂਸ ਕਰੀਏ ਕਿ ਕਿੰਨਾ ਦਰਦ ਹੁੰਦਾ ਹੈ ਆਪਣਿਆਂ ਨੂੰ ਖੋਣ ਤੇ। ਹੁਕਮਰਾਨ ਸਾਰੇ ਤੰਤਰ ਨੂੰ ਤੁਹਾਡੇ ਮਨ ਵਿੱਚ ਭੈ ਪੈਦਾ ਕਰਨ ਲਈ ਇਸਤੇਮਾਲ ਕਰਦਾ ਹੈ। ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਸ਼ਬਦ ਤੁਹਾਨੂੰ ਭੈ ਰਹਿਤ ਬਣਾਉਂਦਾ ਹੈ। ਤੁਸੀਂ ਖੁਦ ਹੀ ਦੱਸੋ ਕਿ ਭੈ ਪੈਦਾ ਕਰਨ ਵਾਲੇ ਅਤੇ ਭੈ ਰਹਿਤ ਕਰਨ ਵਾਲਿਆਂ ਵਿੱਚ ਦੋਸਤੀ ਕਿਵੇਂ ਹੋ ਸਕਦੀ ਹੈ। ਇਹ ਫੈਸਲਾ ਤਾਂ ਤੁਸੀਂ ਖੁਦ ਕਰਨਾ ਹੈ ਕਿ ਜੀਵਨ ਭੈ ਰਹਿਤ ਹੋ ਕੇ ਬਤੀਤ ਕਰਨਾ ਹੈ ਜਾਂ ਹੁਕਮਰਾਨਾਂ ਦੇ ਭੈ ਵਿੱਚ ਰਹਿ ਕੇ। ਦਾਦਾ ਜੀ, ਸਿੱਖ ਦੇ ਪਹਿਰਾਵੇ ਦੇ 4 ਕਕਾਰ ਹੋਰ ਵੀ ਹਨ, ਉਹਨਾਂ ਬਾਰੇ ਵੀ ਦੱਸੋ ਜੀ। ਪਿਆਰੇ ਫਰਜ਼ੰਦ, ਗੁਰੂ ਸਾਹਿਬ ਦੇ ਦਿੱਤੇ ਕਕਾਰ ਇੱਕੋ ਦਿਨ ਖਾਲਸੇ ਦਾ ਅੰਗ ਨਹੀਂ ਬਣ ਗਏ। ਇਸ ਦੇ ਪਿੱਛੇ 2 ਸਦੀਆਂ ਦੀ ਪ੍ਰੇਰਨਾ ਘਾਲਣਾ ਦਾ ਇਤਿਹਾਸ ਹੈ। ਕੇਸਾਂ ਦਾ ਸਤਿਕਾਰ ਕਰਨ ਹਿੱਤ ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਮਰਦਾਨੇ ਨੂੰ ਹੁਕਮ ਕੀਤਾ ਸੀ ਕਿ ਉਹ ਕੇਸ ਨਾ ਕਟਾਵੇ। ਕੇਸਾਂ ਦਾ ਸਿੱਧਾ ਸੰਬੰਧ ਜਥੇਬੰਦਕ ਢਾਂਚੇ ਨਾਲ ਹੁੰਦਾ ਏ। ਇਸ ਨਾਲ ਸਿੱਖਾਂ ਦੀ ਜਥੇਬੰਦੀ ਮਜ਼ਬੂਤ ਹੁੰਦੀ ਏ। ਜਥੇਬੰਦੀ ਤੋਂ ਕੌਣ ਭੱਜ ਰਿਹਾ ਏ ਤੇ ਕੌਣ ਭੱਜਣ ਦੀ ਤਿਆਰੀ ਵਿੱਚ ਏ। ਸਿੱਧੇ ਤੌਰ 'ਤੇ ਸਾਰੀ ਗੱਲ ਇੱਥੇ ਖੜੀ ਏ ਕਿ ਜਿਤਨੀ ਕਿਸੇ ਦੀ ਕੇਸਦਾੜੀ ਛਿੱਲੀ, ਟੁੱਟੀ ਤੇ ਹਿੱਲੀ ਹੋਈ ਹੋਵੇਗੀ, ਓਨੀ ਹੀ ਉਸ ਸ਼ਖਸ ਦੀ ਗੁਰੂ ਭਗਤੀ ਕਮਜ਼ੋਰ ਹੋਵੇਗੀ। ਸਿੱਖ ਸੁਸਤ ਨਾ ਹੋਵੇ, ਸਦਾ ਤਤਪਰ ਰਹੇ। ਇਸੇ ਲਈ ਗੁਰੂ ਸਾਹਿਬ ਨੇ ਕੇਸ ਰੱਖਣ ਦੀ ਹਦਾਇਤ ਕੀਤੀ। ਕੇਸ ਖੂਬਸੂਰਤੀ ਦਾ ਅੰਤਮ ਸਰੂਪ ਹਨ। ਕੇਸ ਹੁਸਨੁਲ ਚਿਰਾਗ ਭਾਵ ਵਾਹਿਗੁਰੂ ਦਾ ਰੂਪ ਦਰਸਾਉਣ ਲਈ ਨੇ। ਜਿਨ੍ਹਾਂ ਦੇ ਮਨ ਸੱਚੇ ਹਨ, ਉਹਨਾਂ ਦੇ ਮੂੰਹ ਕੇਸਾਂ ਦੀ ਸੰਭਾਲ ਕਾਰਨ ਸੱਚੇ ਵਿਖਾਈ ਦਿੰਦੇ ਹਨ। ਤੇ ਪੁੱਤਰਾ, ਕਿਰਪਾਨ ਕੋਈ ਮਾਰੂ ਹਥਿਆਰ ਨਹੀਂ। ਇਹ ਸਵੈਮਾਨ ਅਤੇ ਵਿਅਕਤੀ ਦੀ ਆਤਮਕ ਅਵਸਥਾ ਦਾ ਚਿੰਨ੍ਹ ਹੈ। ਗੁਰੂ ਦਾ ਸਿੱਖ ਛਿਪਕੇ ਵਾਰ ਨਹੀਂ ਕਰਦਾ, ਸਗੋਂ ਕਿਰਪਾਨ ਕੱਢ ਕੇ ਖੁੱਲ੍ਹੀ ਤਰ੍ਹਾਂ ਲਲਕਾਰਦਾ ਹੈ। ਉਸ ਦਾ ਜੀਵਨ ਖੁੱਲ੍ਹਾ ਡੁੱਲਾ ਤੇ ਸਿਆਸਤ ਵੀ ਖੁੱਲ੍ਹੀ ਡੁੱਲੀ ਹੁੰਦੀ ਹੈ। ਕਿਰਪਾਨ ਧਾਰੀ ਧੀਆਂ ਭੈਣਾਂ ਦੀ ਇੱਜ਼ਤ ਕਰਨ ਵਾਲਾ ਹੁੰਦਾ ਹੈ। ਹਰ ਕਿਸੇ ਦੀ ਪੱਦ ਦਾ ਰਾਖਾ ਹੁੰਦਾ ਹੈ। ਇਸੇ ਕਿਰਪਾਨ ਸਦਕਾ ਗੁਰੂ ਖਾਲਸਾ ਨੇ ਸਦੀਆਂ ਤੋਂ ਚੱਲੇ ਆ ਰਹੇ ਮੁਗਲ ਰਾਜ ਨੂੰ ਖਤਮ ਕੀਤਾ। ਸਿੱਖਾਂ ਨੂੰ ਤਲਵਾਰ ਰੱਖਣ ਦੇ ਮਾਮਲੇ ਵਿੱਚ
ਭਾਰਤੀ ਪਾਰਲੀਮੈਂਟ ਵਿੱਚ ਹੋਈ ਬਹਿਸ ਸਮੇਂ ਕਿਸੇ ਵੇਲੇ ਸਰਦਾਰ ਪਟੇਲ ਨੇ ਕਿਹਾ ਸੀ, ਤਲਵਾਰ ਜਦੋਂ ਕਿਸੇ ਸਿੱਖ ਦੇ ਹੱਥ ਵਿੱਚ ਚਲੀ ਜਾਂਦੀ ਏ ਤਾਂ ਇਹ ਕਿਰਪਾਨ ਬਣ ਜਾਂਦੀ ਏ, ਕਿਉਂਕਿ ਇਹ ਕਿਰਪਾ ਤੇ ਆਣ ਦੋ ਸ਼ਬਦਾਂ ਦਾ ਸੁਮੇਲ ਏ। ਤੇ ਪੁੱਤਰਾ, ਇਸੇ ਤਰ੍ਹਾਂ ਕਸ਼ਹਿਰਾ ਸਦਾਚਾਰ ਦਾ ਚਿੰਨ੍ਹ ਹੈ। ਇਸ ਦਾ ਪਹਿਰਾਵਾ ਦਰਸਾਉਂਦਾ ਹੈ ਕਿ ਸਿੱਖ ਗੁਰੂ ਦੇ ਦਿੱਤੇ ਅਧਿਆਤਮਕ ਅਸੂਲ ਦੀ ਪਾਲਣਾ ਕਰਨ ਵਾਲਾ ਹੈ। ਉਹ ਅਧਿਆਤਮਕ ਅਸੂਲ ਜਿਹੜਾ ਹਰ ਸਿੱਖ ਨੂੰ ਆਪਣੀ ਪਤਨੀ ਤੋਂ ਇਲਾਵਾ ਕਿਸੇ ਹੋਰ ਨਾਲ ਸਰੀਰਕ ਸੰਬੰਧ ਬਣਾਉਣ ਦੀ ਇਜਾਜ਼ਤ ਨਹੀਂ ਦਿੰਦਾ। ਪੁੱਤਰਾ, ਕੜੇ ਬਾਰੇ ਕੁਝ ਹੋਰ ਜਾਣਨਾ ਵੀ ਜ਼ਰੂਰੀ ਹੈ। ਕੜਾ ਸ਼ੰਕਿਆਂ ਨੂੰ ਤੋੜਨ ਦਾ ਪ੍ਰਤੀਕ ਹੈ। ਇਹ ਯਾਦ ਦਿਵਾਉਂਦਾ ਰਹਿੰਦਾ ਹੈ ਕਿ ਸਿੱਖ ਨੇ ਕੜਾ ਪਹਿਨ ਕੇ ਭਰਮਾਂ, ਵਹਿਮਾਂ, ਸ਼ਗਨਾਂ, 9 ਗ੍ਰਹਿਆਂ, 12 ਰਾਸ਼ੀਆਂ ਤੇ ਮੜੀਆਂ ਮਸਾਣਾਂ ਤੋਂ ਉੱਚੇ ਹੋ ਕੇ ਵਿਚਰਨਾ ਹੈ। ਕੜੇ ਦੀ ਗੋਲਾਈ ਨਿਰੰਤਰ ਸੁਨੇਹਾ ਦਿੰਦੀ ਹੈ ਕਿ ਸਿੱਖ ਸਮੁੱਚੇ ਵਿਸ਼ਵ ਦਾ ਵਾਸੀ ਹੈ। ਗੋਲ ਧਰਤੀ ਦੇ ਉੱਪਰ ਵਸੇ ਕਿਸੇ ਵੀ ਦੇਸ਼, ਜਾਤ ਜਾਂ ਧਰਮ ਨੂੰ ਉਹ ਨਫ਼ਰਤ ਨਹੀਂ ਕਰਦਾ। ਤੇ ਪੁੱਤਰਾ, ਸਭ ਤੋਂ ਉੱਪਰ ਕੰਘਾ ਇਹ ਸੁਚਮ ਦਾ ਚਿੰਨ੍ਹ ਹੈ। ਗੁਰੂ ਦਾ ਹੁਕਮ ਹੈ ਕਿ ਸੁੱਚ ਹੋਵੇ ਤਾਂ ਸੱਚ ਪਾਈਏ। ਗੁਰੂ ਦਾ ਸਿੱਖ ਜਦੋਂ ਮਾਨਸਿਕ ਅਤੇ ਸਰੀਰਕ ਤੌਰ 'ਤੇ ਸੁੱਚਾ ਹੁੰਦਾ ਹੈ ਤਾਂ ਉਸ ਨੂੰ ਸੱਚ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦਾ ਹੁਕਮ ਹੈ ਕਿ ਹਰ ਰੋਜ਼ ਕੰਘਾ ਕਰਨਾ ਤੇ ਜਟਾਵਾਂ ਨਹੀਂ ਬਣਨ ਦੇਣੀਆਂ। ਇਹਨਾਂ ਸਾਰੀਆਂ ਰਹਿਤਾਂ ਨੂੰ ਦ੍ਰਿੜ ਕਰਵਾ ਕੇ ਗੁਰੂ ਸਾਹਿਬ ਪੂਰੇ ਸੰਸਾਰ ਸਾਹਮਣੇ ਸਿੱਖਾਂ ਨੂੰ ਮਾਡਲ ਬਣਾਉਣਾ ਲੋਚਦੇ ਸਨ। ਸੰਸਾਰ ਦੀਆਂ ਸਾਰੀਆਂ ਬਰਕਤਾਂ ਤੇ ਆਦਰ ਮਾਣ ਉਦੋਂ ਤੱਕ ਸਿੱਖ ਦੇ ਚਰਨਾਂ ਵਿੱਚ ਰਹਿੰਦਾ ਹੈ ਜਦੋਂ ਤੱਕ ਉਹ ਗੁਰੂ ਦੇ ਨਤਮਸਤਕ ਹੋ ਕੇ ਉਸ ਦੇ ਹੁਕਮ ਵਿੱਚ ਵਿਚਰਦਾ ਹੈ। ਹੁਕਮ ਮੰਨਿਆ ਹੋਵੇ ਪਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਭਾਵ ਪਰਮਾਤਮਾ ਦੀ ਪ੍ਰਾਪਤੀ ਸਿਰਫ ਹੁਕਮ ਮੰਨਣ ਕਰਕੇ ਨਹੀਂ, ਸਗੋਂ ਉਦੋਂ ਹੈ ਜਦੋਂ ਹੁਕਮ ਮੰਨਣ ਵਾਲਾ ਉਸ ਨੂੰ ਪ੍ਰਵਾਨ ਹੋ ਜਾਵੇ। ਚਲੋ ਫਿਰ ਗੁਰੂ ਦੀ ਵਸਾਈ ਨਗਰੀ ਅਨੰਦਪੁਰ ਸਾਹਿਬ ਚੱਲਦੇ ਹਾਂ। ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪੂਰੀ ਤਰ੍ਹਾਂ ਸਾਖਰ ਸੀ। ਹਰ ਸਿੱਖ ਨੂੰ ਗੁਰਬਾਣੀ ਅਤੇ ਸਦਾਚਾਰ ਦਾ ਗਿਆਨ ਦਿੱਤਾ ਗਿਆ। ਇੰਜ ਅਨੰਦਪੁਰ ਸਾਹਿਬ ਸਿੱਖਿਆ ਤੇ ਵਪਾਰ ਦਾ ਕੇਂਦਰ ਬਣ ਗਿਆ। ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ ਹਿੰਦੁਸਤਾਨ ਤੋਂ ਬਾਹਰ ਅਫਗਾਨਿਸਤਾਨ, ਈਰਾਨ, ਇਰਾਕ ਤੱਕ ਫੈਲੀ। ਇੱਥੋਂ ਤੱਕ ਕਿ ਮੁਲਤਾਨ ਤੋਂ ਭਾਈ ਨੰਦ ਲਾਲ ਜੀ ਗੁਰੂ ਦਰਸ਼ਨ ਹਿਤ ਅਨੰਦਪੁਰ ਸਾਹਿਬ ਆਏ ਤੇ ਇੱਥੋਂ ਦੇ ਹੀ ਵਾਸੀ ਹੋ ਕੇ ਰਹਿ ਗਏ। ਗੁਰੂ ਦੀ ਵਡਿਆਈ ਵਿੱਚ ਲਿਖਿਆ ਗਿਆ, ਭਾਈ ਨੰਦ ਲਾਲ ਜੀ ਦਾ ਬੰਦਗੀਨਾਮਾ ਜ਼ਿੰਦਗੀਨਾਮਾ ਹੋ ਨਿਬੜਿਆ। ਗੁਰੂ ਸਾਹਿਬ ਤੇ ਔਰੰਗਜ਼ੇਬ ਦੀ ਸੋਚ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਔਰੰਗਜ਼ੇਬ ਚਾਹੁੰਦਾ ਸੀ ਕਿ ਲੋਕ ਅਧੀਨਗੀ ਭਾਵ ਵਿੱਚ ਵਿਚਰਨ ਅਤੇ ਸਿਰ ਨਿਵਾ ਕੇ ਰੱਖਣ। ਗੁਰੂ ਸਾਹਿਬ ਚਾਹੁੰਦੇ ਸਨ ਕਿ ਹਰ ਕੋਈ ਸਿਰ ਉੱਚਾ ਕਰਕੇ ਜੀਵੇ। ਉਹ ਘੋੜਿਆਂ ਤੇ ਚੜ੍ਹ ਕੇ ਕਿਰਪਾਨ ਰੱਖਣ ਤੋਂ ਮਨਾ ਕਰਦਾ। ਉਹ ਮੰਦਰ ਵਿੱਚ ਲੋਕਾਂ ਨੂੰ ਸ਼ੰਖ ਵਜਾਉਣ ਤੋਂ ਰੋਕਦਾ, ਪਰੰਤੂ ਗੁਰੂ ਰਣਜੀਤ ਨਗਾਰਾ ਵਜਾਉਣ ਦੀ ਤਾਕੀਦ ਕਰਦਾ। ਔਰੰਗਜ਼ੇਬ ਹਰ ਤਰ੍ਹਾਂ ਦੀ ਤਾਲੀਮ ਅਤੇ ਰਾਗ ਨਾਦ ਦੇ ਖਿਲਾਫ ਸੀ ਤੇ ਗੁਰੂ ਤਾਲੀਮ ਅਤੇ ਰਾਗ ਨਾਦ ਦਾ ਮੁਰੀਦ। ਉਹ ਕਵੀ ਅਤੇ ਕਵਿਤਾ ਦਾ ਦੁਸ਼ਮਣ ਸੀ, ਪਰ ਗੁਰੂ ਸਾਹਿਬ ਆਪ ਕਵੀਆਂ ਦੇ ਕਵੀ ਅਤੇ ਉਹਨਾਂ ਦੇ ਕਦਰਦਾਨ ਸਨ। ਆਓ ਤੁਹਾਨੂੰ ਵਿਖਾਈਏ ਇੱਕ ਝਲਕ ਅਨੰਦਪੁਰ ਸਾਹਿਬ ਦੇ ਵਸਨੀਕਾਂ ਦੀ, ਉਸ ਵੇਲੇ ਦੇ ਖੁਸ਼ੀਆਂ ਭਰੇ ਜੀਵਨ ਦੀ। ਗੁਰੂ ਦੇ ਵੱਡੇ ਸਾਹਿਬਜ਼ਾਦਿਆਂ ਨੂੰ ਘੋੜ ਸਵਾਰੀ ਅਤੇ ਜੰਗ ਦੇ ਅਭਿਆਸ ਕਰਵਾਏ ਜਾ ਰਹੇ ਨੇ। ਕੋਲ ਜਾ ਕੇ ਵੇਖਦੇ ਹਾਂ ਕਿ ਖੂਹੀ ਤੇ ਪਾਣੀ ਭਰਦੀਆਂ ਮੁਟਿਆਰਾਂ ਕੀ ਗੱਲਾਂ ਪਈਆਂ ਕਰਦੀਆਂ ਨੇ। ਨੀ ਕਰਮੀਏ, ਤੈਨੂੰ ਪਤਾ ਏ ਗੁਰੂ ਨੇ ਆਪਣੇ ਵੱਡੇ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਨੂੰ ਖਾਲਸਾ ਫੌਜ ਦਾ ਜਰਨੈਲ ਥਾਪ ਦਿੱਤਾ ਏ ਤੇ ਹੁਣ ਸਾਹਿਬਜ਼ਾਦਾ ਅਜੀਤ ਸਿੰਘ ਆਪਣੇ ਪਿਤਾ ਦੇ ਜੰਗੀ ਸਲਾਹਕਾਰ ਵੀ ਨੇ। ਨੀ ਸਾਹਿਬਜ਼ਾਦਿਆਂ ਦੀਆਂ ਗੱਲਾਂ ਤਾਂ ਸਾਰੀ ਲੁਕਾਈ 'ਚ ਹੁੰਦੀਆਂ ਨੇ, ਸੋਹਣਿਆਂ ਤੋਂ ਸੋਹਣੇ, ਸਿਆਣਿਆਂ ਤੋਂ ਸਿਆਣੇ। ਨੀ ਕੁਝ ਦਿਨ ਹੋਏ ਹੁਸ਼ਿਆਰਪੁਰ ਦੇ ਰੰਗੜਾਂ ਨੇ ਇੱਕ ਹਿੰਦੂ ਬੀਬੀ ਦੇ ਵਿਆਹ ਦਾ ਡੋਲਾ ਲੁੱਟ ਲਿਆ। ਸਾਰਾ ਦਾਜ ਦਹੇਜ ਤਾਂ ਲੁੱਟਿਆ ਸੋ ਬੇਸ਼ਰਮ ਉਸ ਕੁੜੀ ਨੂੰ ਵੀ ਲੈ ਗਏ। ਉਸਦੇ ਪਤੀ ਨੇ ਆਪਣੀ ਵਹੁਟੀ ਨੂੰ ਛੁਡਾਉਣ ਲਈ ਬੜੀ ਨੱਠ ਭੱਜ ਕੀਤੀ, ਪਰ ਰੰਗੜਾਂ ਤੋਂ ਡਰਦਾ ਕੋਈ ਉਸਦਾ ਸਾਥ ਦੇਣ ਨੂੰ ਤਿਆਰ ਨਾ ਹੋਇਆ। ਆਖਰ ਕਿਸੇ ਦੱਸ ਪਾਈ ਕਿ ਤੂੰ ਗੁਰੂ ਕੋਲ ਜਾ ਕੇ ਫਰਿਆਦ ਕਰ। ਨੀ ਫੇਰ ਕੀ ਹੋਇਆ? ਫੇਰ
ਉਹ ਗੁਰੂ ਘਰ ਆਨੰਦਪੁਰ ਆਇਆ। ਗੁਰੂ ਜੀ ਨੇ ਉਹਦੀ ਸਾਰੀ ਗੱਲ ਸੁਣੀ। ਪਤਾ ਹੈ ਗੁਰੂ ਸਾਹਿਬ ਨੇ ਉਸ ਲੜਕੀ ਨੂੰ ਛੁਡਾ ਕੇ ਲਿਆਉਣ ਦੀ ਜ਼ਿੰਮੇਵਾਰੀ ਕਿਸ ਦੀ ਲਗਾਈ? ਨੀ ਕੀ ਦੀ? ਆਪਣੇ ਵੱਡੇ ਸਾਹਿਬਜ਼ਾਦਾ ਅਜੀਤ ਸਿੰਘ ਦੀ। ਗੁਰੂ ਘਰ ਦੀ ਹਰ ਗੱਲ ਨਿਵੇਕਲੀ ਏ। ਗੁਰੂ ਆਪਣੇ ਸਿੱਖਾਂ ਤੇ ਆਪਣੇ ਬੱਚਿਆਂ ਵਿੱਚ ਕੋਈ ਫਰਕ ਨਹੀਂ ਰੱਖਦਾ, ਹਰ ਇੱਕ ਨੂੰ ਬਰਾਬਰ ਦਾ ਪਿਆਰ ਦਿੰਦਾ ਹੈ। ਨੀ ਤੂੰ ਅੱਗੇ ਦੱਸ, ਫੇਰ ਕੀ ਹੋਇਆ? ਫਿਰ ਕੀ ਹੋਣਾ ਸੀ? ਦਿਨ ਚੜ੍ਹਨ ਤੋਂ ਪਹਿਲਾਂ ਸਾਹਿਬਜ਼ਾਦਾ ਜੀ ਉਸ ਲੜਕੀ ਨੂੰ ਬਹੁਤ ਇੱਜ਼ਤ ਮਾਣ ਨਾਲ ਰੰਗੜਾਂ ਕੋਲੋਂ ਛੁਡਾ ਕੇ ਆਨੰਦਪੁਰ ਲੈ ਆਏ। ਨੀ ਜਦੋਂ ਉਸ ਲੜਕੀ ਨੂੰ ਗੁਰੂ ਜੀ ਨੇ ਆਪਣੇ ਪਤੀ ਨਾਲ ਜਾਣ ਨੂੰ ਕਿਹਾ, ਉਹ ਜਾਵੇ ਹੀ ਨਾ। ਕਹਿਣ ਲੱਗੀ, ਜਿਸ ਗੁਰੂ ਘਰ ਨੇ ਮੇਰੀ ਪੱਤ ਰੱਖੀ, ਮੈਨੂੰ ਆਪਣੀ ਪੁੱਤਰੀ ਬਣਾਇਆ ਅਤੇ ਜਿਸ ਗੁਰੂ ਦੇ ਜਾਏ ਨੇ ਮੇਰਾ ਵੀਰ ਬਣ ਕੇ ਮੈਨੂੰ ਉਹਨਾਂ ਜ਼ਾਲਮਾਂ ਤੋਂ ਛੁਡਾ ਕੇ ਲਿਆਂਦਾ, ਮੈਂ ਇਸ ਗੁਰੂ ਘਰ ਨੂੰ ਛੱਡ ਕੇ ਨਹੀਂ ਜਾਣਾ। ਮੇਰੇ ਸਹੁਰੇ ਘਰ ਤੇ ਮੇਰੇ ਰਿਸ਼ਤੇਦਾਰ ਤਾਂ ਮੈਨੂੰ ਰੋਂਦੀ ਕੁਰਲਾਉਂਦੀ ਨੂੰ ਛੱਡ ਕੇ ਭੱਜ ਗਏ ਸੀ। ਮੈਨੂੰ ਗੁਰੂ ਘਰ ਨੇ ਇੱਕ ਨਵਾਂ ਜੀਵਨ ਦਿੱਤਾ ਹੈ, ਇਸ ਲਈ ਹੁਣ ਇਹੀ ਮੇਰਾ ਘਰ ਹੈ। ਮੈਂ ਤਾਂ ਹੁਣ ਸਾਰੀ ਉਮਰ ਗੁਰੂ ਦਾ ਦਰ ਨਹੀਂ ਛੱਡਣਾ, ਭਾਵੇਂ ਭਾਂਡੇ ਹੀ ਕਿਉਂ ਨਾ ਮਾਂਜਣੇ ਪੈਣ। ਨੀ ਫੇਰ ਉਹ ਮੰਨ ਗਈ ਆਪਣੇ ਪਤੀ ਨਾਲ ਜਾਣ ਨੂੰ? ਨਹੀਂ, ਉਹ ਨਹੀਂ ਮੰਨੀ। ਜਦੋਂ ਉਸਦੇ ਪਤੀ ਨੇ ਵੇਖਿਆ ਕਿ ਉਸਦੀ ਪਤਨੀ ਦਾ ਆਖਰੀ ਫੈਸਲਾ ਸੀ, ਤਾਂ ਉਸਨੇ ਵੀ ਸਾਰੀ ਉਮਰ ਗੁਰੂ ਘਰ ਦੀ ਸੇਵਾ 'ਚ ਰਹਿਣ ਦਾ ਮਨ ਬਣਾ ਲਿਆ। ਹੁਣ ਉਹ ਦੋਵੇਂ ਜਣੇ ਆਨੰਦਪੁਰ ਹੀ ਰਹਿ ਪਏ ਨੇ। ਨੀ ਧੰਨੇ ਗੁਰੂ, ਧੰਨੇ ਗੁਰੂ ਦਾ ਪਰਿਵਾਰ ਤੇ ਧੰਨ ਨੇ ਗੁਰੂ ਦੇ ਸਿੱਖ। ਨੀ ਕਰਮੀਏ, ਤੂੰ ਵੇਖਿਆ ਸਾਹਿਬਜ਼ਾਦਾ ਅਜੀਤ ਸਿੰਘ ਨੂੰ? ਕਿੰਨਾ ਜਵਾਨ ਨਿਕਲਿਆ ਸੂ, ਲੰਮਾ, ਗੋਰਾ, ਭਰਵਾਂ ਜੁੱਸਾ ਤੇ ਉੱਤੋਂ ਫੁਟੈਂਦੀਆਂ ਮੁੱਛਾਂ ਦੀ ਲੋਈ। ਨੀ ਮੈਨੂੰ ਨਹੀਂ ਲੱਗਦਾ ਕੋਹਾਂ ਤੱਕ ਉਹਦੇ ਵਰਗਾ ਕੋਈ ਹੋਰ ਸੋਹਣਾ ਹੋਊ। ਕੱਲ ਮੈਂ ਵੇਖਿਆ ਘੋੜੇ ਤੇ ਜਾਂਦੇ ਨੂੰ, ਹਾਏ ਕਿੰਨਾ ਤੇਜ਼ ਘੋੜਾ ਭਜਾਉਂਦਾ ਏ। ਨੀ ਜਦੋਂ ਗੁਰੂ ਘਰ ਦਾ ਹਰ ਕਰਮ ਸੋਹਣਾ ਤੇ ਸੁਚੱਜਾ, ਤਾਂ ਗੁਰੂ ਘਰ ਦੇ ਸਾਹਿਬਜ਼ਾਦੇ ਨਿਵੇਕਲੇ ਕਿਉਂ ਨਹੀਂ ਹੋਣਗੇ? ਨੀ ਕੁਝ ਦਿਨ ਹੋਏ ਬੀਬੀ ਜੀਤੋ ਆਖਦੀ ਸੀ, ਨੀ ਕੁੜੀਓ, ਰਲ ਕੇ ਮੇਰੇ ਲਾਡਲੇ ਲਈ ਕੋਈ ਸੋਹਣੀ ਜਿਹੀ ਵਹੁਟੀ ਲੱਭੋ, ਮੈਂ ਇਹਦੀ ਕੁੜਮਾਈ ਕਰਨੀ ਹੈ। ਪਰ ਮਾਤਾ ਗੁਜਰੀ, ਸਾਹਿਬਜ਼ਾਦਿਆਂ ਦੀ ਦਾਦੀ, ਉਹ ਤਾਂ ਕੁਝ ਹੋਰ ਹੀ ਕਹਿੰਦੀ ਏ। ਚਾਰੇ ਲਾਲ ਵਾਰ ਨੇ ਬਣਾ ਕੇ ਦੋ ਦੋ ਜੋੜੀਆਂ, ਦਾਜ ਵਿੱਚ ਮੰਗਾਂ ਕਿਰਪਾਨਾਂ ਨਾਲੇ ਕੋੜੀਆਂ। ਚਾਰੇ ਲਾਲ ਵਾਰ ਨੇ ਬਣਾ ਕੇ ਦੋ ਦੋ ਜੋੜੀਆਂ, ਦਾਜ ਵਿੱਚ ਮੰਗਾਂ ਕਿਰਪਾਨਾਂ ਨਾਲੇ ਕੋੜੀਆਂ। ਨੀ ਮੈਂ ਇਹੋ ਜੇ ਕੁੜਮ ਬਣਾਉਣੇ, ਨੀ ਜੀਤਾਂ ਪੀ ਲੈ ਪਾਣੀ ਵਾਰ ਕੇ। ਵੋਟੀ ਇੱਕ ਜੀ ਦੇ ਚਾਰ ਨੇ ਪਰਾਉਣੇ, ਨੀ ਜੀਤਾਂ ਪੀ ਲੈ ਪਾਣੀ ਵਾਰ ਕੇ। ਪੰਜ ਬੰਦੇ ਜਾਣਗੇ ਬਰਾਤ ਮੇਰੇ ਪੁੱਤਰਾਂ ਦੀ, ਬੀਤੂ ਕਿਰਪਾਨਾਂ ਥੱਲੇ ਰਾਤ ਮੇਰੇ ਪੁੱਤਰਾਂ ਦੀ। ਵੋਟੀ ਇੱਕ ਜੀ ਦੇ ਚਾਰ ਨੇ ਪਰਾਉਣੇ, ਨੀ ਜੀਤਾਂ ਪੀ ਲੈ ਪਾਣੀ ਵਾਰ ਕੇ। ਪੰਜ ਬੰਦੇ ਜਾਣਗੇ ਬਰਾਤ ਮੇਰੇ ਪੁੱਤਰਾਂ ਦੀ, ਬੀਤੂ ਕਿਰਪਾਨਾਂ ਥੱਲੇ ਰਾਤ ਮੇਰੇ ਪੁੱਤਰਾਂ ਦੀ। ਨੀ ਮੈਂ ਲਹੂ ਵਿੱਚ ਕੰਗਣੇ ਕਢਾਉਣੇ, ਨੀ ਜੀਤਾਂ ਪੀ ਲੈ ਪਾਣੀ ਵਾਰ ਕੇ। ਵੋਟੀ ਇੱਕ ਜੀ ਦੇ ਚਾਰ ਨੇ ਪਰਾਉਣੇ, ਨੀ ਜੀਤਾਂ ਪੀ ਲੈ ਪਾਣੀ ਵਾਰ ਕੇ। ਸਿਰ ਉਠਾ ਕੇ ਕੌਮ ਦੇ ਸਰਦਾਰ ਚੱਲਿਆ ਕਰਦੇ ਨੇ,
ਮਰਦ ਚੱਲਿਆ ਕਰਦੇ ਨੇ, ਮਦਦਗਾਰ ਚੱਲਿਆ ਕਰਦੇ ਨੇ, ਸਿਰ ਉਠਾ ਕੇ ਕੌਮ ਦੇ ਸਰਦਾਰ ਚੱਲਿਆ ਕਰਦੇ ਨੇ। ਮਰਦ ਚੱਲਿਆ ਕਰਦੇ ਨੇ, ਮਦਦਗਾਰ ਚੱਲਿਆ ਕਰਦੇ ਨੇ, ਉਹ ਸਿਰ ਝੁਕਾ ਕੇ ਨਾ ਚੱਲਣਾ ਮੇਰੇ ਪੁੱਤਰੋ, ਸਿਰ ਝੁਕਾ ਕੇ ਕੌਮ ਦੇ ਗਦਾਰ ਚੱਲਿਆ ਕਰਦੇ ਨੇ। ਨੀ ਮੈਂ ਲੋਕਾਂ ਵਾਂਗੂ ਪੁੱਤ ਨੀ ਵਿਆਉਣੇ ਨੀ ਜੀਤਾ ਪੀ ਲੈ ਪਾਣੀ ਵਾਰ ਕੇ, ਵੋਟੀ ਇੱਕ ਜੀ ਦੇ ਚਾਰ ਨੇ ਪਰਾਉਣੇ ਨੀ ਜੀਤਾ ਪੀ ਲੈ ਪਾਣੀ ਵਾਰ ਕੇ, ਨੀ ਜੀਤਾ ਪੀ ਲੈ ਪਾਣੀ ਵਾਰ ਕੇ, ਨੀ ਜੀਤਾ ਪੀ ਲੈ ਪਾਣੀ ਵਾਰ ਕੇ। ਇੱਕ ਪਾਸੇ ਸਾਹਿਬਜ਼ਾਦਿਆਂ ਦੀ ਮਾਂ ਉਹਨਾਂ ਦੇ ਮੰਗਣੇ ਵਿਆਹਾਂ ਦੇ ਸੁਪਨਿਆਂ ਵਿੱਚ ਗੁੰਮ ਹੈ, ਤੇ ਦੂਜੇ ਪਾਸੇ ਗੁਰੂ ਇਹਨਾਂ ਸੁਪਨਿਆਂ ਤੋਂ ਬੇਖਬਰ ਗੁੰਮ ਹੈ ਇੱਕ ਵੱਖਰੀ ਸੋਚ ਵਿੱਚ, ਸੋਹਣੇ ਸਮਾਜ ਦੀ ਸਿਰਜਣਾ ਦੀ ਸੋਚ ਵਿੱਚ, ਆਮ ਆਦਮੀ ਨੂੰ ਬਾਦਸ਼ਾਹ ਤੇ ਹਰ ਔਰਤ ਨੂੰ ਇੱਜ਼ਤ ਦਾ ਜੀਵਨ ਦੇਣ ਦੀ ਸੋਚ ਵਿੱਚ। ਇਸ ਮੁਲਕ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨਾਲ ਕਿਉਂ ਖਿਲਵਾੜ ਕਰਦੇ ਨੇ ਇਹ ਮੁਗਲ? ਲੁੱਟ ਕੇ ਖੋ ਕੇ ਕਿਉਂ ਵੇਚਦੇ ਨੇ ਇਹਨਾਂ ਨੂੰ ਟਕੇ ਟਕੇ ਦੀ ਕੀਮਤ ਤੇ? ਕਿਉਂ ਅਸਮਰਥ ਨੇ ਇੱਥੋਂ ਦੇ ਰਾਜੇ ਕਹਾਉਣ ਵਾਲੇ ਹੁਕਮਰਾਨ ਤੇ ਇਹਨਾਂ ਧੀਆਂ ਭੈਣਾਂ ਦੇ ਪਿਤਾ ਤੇ ਭਰਾ ਆਪਣੀ ਤੇ ਇਹਨਾਂ ਦੀ ਰਾਖੀ ਕਰਨ ਤੋਂ? ਗੈਰਤ ਕਿਉਂ ਮਰ ਗਈ ਏ ਇਹਨਾਂ ਰਾਜਿਆਂ ਦੀ ਤੇ ਲੋਕਾਂ ਦੀ?